यार जिम्मेदार को जो पैसे आते हैं उन्हें उदों ही आना है ਤੇ ਜਦੋਂ ਪੈਸੇ ਆ ਜਾਂਦੇ ਆ ਨਾ ਫਿਰ 1 ਮਿੰਟ ਵੀ ਸਬਰ ਨਹੀਂ ਕਰਦਾ ਫਿਰ ਲੱਖ ਰੁਪਇਆ ਦੇਣਾ ਪਵੇ 2 ਲੱਖ ਦੇਣਾ ਪਵੇ ਫਿਰ ਕਹਿੰਦੇ ਅੱਜ ਟਰੈਕਟਰ ਤੇ ਚੜ ਕੇ ਜਾਣਾ ਆਉਂਦੇ ਆ ਨਾ ਤੇ ਫਿਰ ਸਾਰੇ ਪਿੰਡ ਨੂੰ ਪਤਾ ਹੁੰਦਾ ਬੰਦੇ ਟਰੈਕਟਰ ਲੈਣ ਗਏ ਨੇ ਗੱਡੀ ਤੇ ਚੜ ਕੇ ਗਏ ਨੇ ਤੇ ਜਦੋਂ ਖਾਲੀ ਜਾਣਾ ਹੈ ਨਾ ਫਿਰ ਬਿਸਤੀ ਹੁੰਦੀ ਆ ਵੀ ਯਾਰ ਟਰੈਕਟਰ ਨਹੀਂ ਲੈ ਕੇ ਪੈ ਰਹੇ ਨੇ ਤਨਖਾਹਾਂ ਪੈ ਰਹੀਆਂ ਨੇ ਟਰੈਕਟਰ ਵਿਕਣਗੇ ਤੇ ਉਹਨਾਂ ਨੂੰ ਕੁਛ ਆਣਾ ਕੰਪਨੀ ਤੇ ਇਹਨਾਂ ਨੂੰ ਦੇ ਰਹੀ ਹੈ ਸਿਰਫ ਕਮਿਸ਼ਨ ਹੀ ਦੇ ਰਹੀ ਹੈ ਤੇ ਜੇ ਮਸਲਨ ਟਰੈਕਟਰ ਸੇਲ ਨਾ ਹੋਣਗੇ ਖੜੇ ਰਹਿਣਗੇ ਜਿਵੇਂ ਆ ਭਾੜੀ ਸਾਹਿਬ ਕਹਿੰਦੇ ਸੀ ਆ 4 ਮਹੀਨੇ ਹੋ ਗਿਆ ਇਹ ਹੁਣ ਕੰਪਨੀ ਦੀ ਵਜ੍ਹਾ ਤੋਂ ਸੇਲ ਨਹੀਂ ਹੋਇਆ ਕਿ ਸਟicker ਨਹੀਂ ਪਸੰਦ ਕਰ ਰਹੇ ਲੋਕੀ ਕਹਿੰਦੇ ਹੋਲ जी अस्सलाम वालेकुम दोस्तों, अपना चैनल पीके यूट्यूब चैनल खुश आमदीद दोस्तों। मौजूद है जी शादाब फार्म इंडस्ट्री ते मौजूद है न्यू हॉलैंड लगाजी कंपनी ने भी जी नवा नोटिफिकेशन जारी कर दिता है। जिस तरह तुहानूं मैं मजीद दसदा जावां नवें नोटिफिकेशन विच जिस तरह तुहानूं पता है मिलर ने भी नोटिफिकेशन जारी किया उस तो बाद जिहड़ा न्यू हॉलैंड कंपनी ने भी नोटिफिकेशन वगैरह जारी कर दिता है। बाकी इस तो इलावा जी न्यू हॉलैंड जिहड़ा दबंग है उहदे नाल एक होर नवा मॉडल भी आ रहा है उहदे बारे नाल भी गलबात करांगे। बाकी इस तो इलावा ਜਿਹੜਾ ਨਵਾਂ ਸਟicker ਆਇਆ ਵਾ ਭੱਟੀ ਸਾਹਿਬ ਦਾ ਇਹ ਕਹਿਣਾ ਜੀ ਨਵਾਂ ਸਟicker ਜਿਹੜਾ ਇਹਦੀ ਸੇਲ ਤਕਰੀਬਨ ਬਿਹਤਰ ਜਿਹੜਾ ਇਹ ਵਾਈਟ ਆਇਆ ਹੈ ਸਟicker ਉਹਦੀ ਸੇਲ ਤਕਰੀਬਨ ਇੱਕ ਟਰੈਕਟਰ ਵੀ ਜਿਹੜਾ 4 ਮਹੀਨਿਆਂ ਦੇ ਵਿੱਚ ਸੇਲ ਨਹੀਂ ਹੋਇਆ ਆ ਜਿਹੜਾ ਵਾਈਟ ਸਟicker ਵਿੱਚ ਆਇਆ ਸੀ। ਫਿਰ ਭੱਟੀ ਸਾਹਿਬ ਦਾ ਕਹਿਣਾ ਜੀ ਆ ਜਿਹੜਾ ਬਲੂ ਕਲਰ ਦੇ ਵਿੱਚ ਆਇਆ ਇਹਦੀ ਸੇਲ ਕੁਛ ਬਿਹਤਰ ਹੈਗੀ ਹੈ। ਬਾਕੀ ਮਜ਼ੀਦ ਤੁਹਾਨੂੰ ਡਿਟੇਲ ਵਗੈਰਾ ਦਿੰਦੇ ਆ ਜੀ ਜਿਹੜਾ ਨਵਾਂ ਨੋਟੀਫਿਕੇਸ਼ਨ ਵਗੈਰਾ ਆਇਆ ਵਾ ਉਹਦੇ ਵਿੱਚ ਬਕਾਇਦਾ ਤੌਰ ਤੇ ਨਿਊ ਹੌਲੈਂਡ ਕੰਪਨੀ ਨੇ ਵੀ ਬਕਾਇਦਾ ਤੌਰ ਤੇ ਕਹਿ ਦਿੱਤਾ ਜੀ ਅਸੀਂ ਕਿਸੇ ਕਿਸਮ ਦੀ ਕੋਈ ਕੀਮਤਾਂ ਵਗੈਰਾ ਜਿਹੜੀਆਂ ਨੇ ਮਤਲਬ ਸੋਸ਼ਲ ਮੀਡੀਆ ਤੇ ਖਬਰਾਂ ਵਗੈਰਾ ਚੱਲ ਰਹੀਆਂ ਇਹ ਕੀਮਤਾਂ ਘਟਾ ਰਹੇ ਕੰਪਨੀ ਕਹਿ ਰਹੇ ਅਸੀਂ ਕਿਸੇ ਕਿਸਮ ਦੀ ਕੋਈ ਕੀਮਤ ਨਹੀਂ ਘਟਾ ਰਹੇ ਤੇ ਨਾ ਹੀ ਸਾਡਾ ਕੋਈ ਪਲਾਨ ਹੈ ਕੀਮਤ ਘਟਾਉਣ ਦਾ। ਠੀਕ ਹੈ ਜੀ। ਇਸ ਤੋਂ ਇਲਾਵਾ ਜਿਹੜੇ ਵੀ ਬੰਦੇ ਨੇ ਜਿਨ੍ਹਾਂ ਵੀ ਜ਼ਿਮੀਂਦਾਰਾਂ ਨੇ ਟਰੈਕਟਰ ਵਗੈਰਾ ਬੁੱਕ ਵਗੈਰਾ ਕਰਵਾਉਣਾ ਹੈ ਉਹ ਜਿੰਨੀ ਜਲਦੀ ਹੋ ਸਕਦਾ ਬੁਕਿੰਗ ਵਗੈਰਾ ਦੀ ਤਰਫ ਆਵੋ ਤਾਂ ਕਿ ਤੁਹਾਡੇ ਟਰੈਕਟਰ ਵਗੈਰਾ ਅਸੀਂ ਬੁੱਕ ਕਰਵਾ ਲਈਏ ਤਾਂ ਕਿ ਜਿਹੜਾ 4 ਤੋਂ 5 ਲੱਖ ਰੁਪਇਆ ਇਜ਼ਾਫੀ ਯਾਨੀ ਕਿ ਕੀਮਤ ਵਧਣੀ ਹੈ ਉਹਨੂੰ ਤੁਸੀਂ ਬਚ ਸਕੋ। ਬਾਕੀ ਮੈਂ ਤੁਹਾਨੂੰ ਇਹ ਮਸ਼ਵਰਾ ਦੇਵਾਂਗਾ ਜਿਸ ਤਰ੍ਹਾਂ ਤੁਹਾਨੂੰ ਪਤਾ ਨਿਊ ਹੌਲੈਂਡ ਕੰਪਨੀ ਨੇ ਪਿਛਲੇ ਸਾਲ ਵੀ ਤਕਰੀਬਨ ਜ਼ਿਮੀਂਦਾਰਾਂ ਦੇ ਨਾਲ ਕੋਈ ਖੇਲ ਖੇਲਿਆ ਸੀ ਜਿਹਦੀ ਵਜ੍ਹਾ ਤੋਂ ਜ਼ਿਮੀਂਦਾਰ ਨੂੰ ਬਿਲਕੁਲ ਵਾਕਫ ਹੈ ਜੋ ਵੀ ਹੈ। ਮਿਲਤ ਨੇ ਬਕਾਇਦਾ ਤੌਰ ਦੱਸ ਦਿੱਤਾ ਸਾਰਾ ਕੁਝ ਵਿੱਚ ਦੱਸ ਦਿੱਤਾ ਵੀ ਜਿਹੜੇ ਵੀ ਬੰਦੇ ਨੇ ਟਰੈਕਟਰ ਵਗੈਰਾ ਅਗਰ ਬੁੱਕ ਕਰਵਾਇਆ ਵੀ ਹੋਇਆ ਤੇ ਅਗਰ ਕੀਮਤਾਂ ਵਧਣਗੀਆਂ ਤੁਹਾਨੂੰ ਦੇਣੀਆਂ ਪੈਣਗੀਆਂ। ਲੇਕਿਨ ਨਿਊ ਹੌਲੈਂਡ ਕੰਪਨੀ ਨੇ ਬਕਾਇਦਾ ਤੌਰ ਨੋਟੀਫਿਕੇਸ਼ਨ ਦੇ ਵਿੱਚ ਦੱਸ ਦਿੱਤਾ ਵੀ ਤੁਸੀਂ ਬੁਕਿੰਗ ਵਗੈਰਾ ਕਰਵਾਵੋ। ਠੀਕ ਹੈ। ਇਹ ਨਹੀਂ ਦੱਸਿਆ ਵੀ ਬੁਕਿੰਗ ਕਰਵਾਓਗੇ ਇਸ ਤੋਂ ਬਾਅਦ ਇਹ ਨਾ ਕੀਮਤ ਵਧੇ ਤੇ ਤੁਸੀਂ ਵੀ ਕਹੋ ਜੀ ਮਜ਼ੀਦ ਪੈਸੇ ਦਿਓ ਤੇ ਇਹ ਕੰਪਨੀ ਨੇ ਕਰਨਾ ਐਵੇਂ ਹੀ ਹੈ। ਇਹ ਤੁਸੀਂ ਸੋਚ ਸਮਝ ਕੇ ਟਰੈਕਟਰ ਵਗੈਰਾ ਬੁੱਕ ਕਰਵਾਉਣਾ। ਬਾਕੀ ਸਾਡੇ ਨਾਲ ਜੀ ਬਲਾਲ ਭਾਈ ਮੌਜੂਦ ਨੇ ਆਪਣਾ ਪਾਕਿਸਤਾਨ ਵਾਲੇ ਇਹ ਜੀ ਕਾਫੀ ਜ਼ਿਆਦਾ ਜ਼ਿਮੀਂਦਾਰਾਂ ਦੇ ਇੰਟਰਵਿਊ ਵਗੈਰਾ ਲੈਂਦੇ ਨੇ ਫੀਡਬੈਕ ਵਗੈਰਾ ਲੈਂਦੇ ਰਹਿੰਦੇ ਨੇ। ਅੱਜ ਅਸੀਂ ਇਹਨਾਂ ਦਾ ਫੀਡਬੈਕ ਲਵਾਂਗੇ ਕਿ ਤੁਹਾਨੂੰ ਕੀ ਮਤਲਬ ਸੁਣਨ ਨੂੰ ਮਿਲਦਾ ਵਾ ਜੋ ਵੀ ਜ਼ਿਮੀਂਦਾਰ ਨੇ ਮਿਲਤ ਨੂੰ ਕੈਸਾ ਸਮਝ ਰਹੇ ਨੇ ਲਗਾਜ਼ੀ ਨੂੰ ਕੈਸਾ ਸਮਝ ਰਹੇ ਨੇ ਇਹਨਾਂ ਨੇ ਮੁਕੰਮਲ ਗੱਲਬਾਤ ਕਰਦੇ ਹਾਂ। ਦੋਸਤੋ ਵੀਡੀਓ ਐਂਡ ਤੱਕ ਦੇਖਣੀ ਹੈ ਲਾਈਕ ਸ਼ੇਅਰ ਲਾਜ਼ਮੀ ਕਰ ਦੇਣ। ਗਾਜ਼ੀ ਦੇ ਵਿੱਚ ਜੀ ਇੱਕ ਸਪੈਸ਼ਲ ਐਡੀਸ਼ਨ ਕੰਪਨੀ ਲਾਂਚ ਕਰਨ ਲੱਗੀ ਹੈ ਦੁਬਾਰਾ ਜਿਹੜਾ ਅੱਗੇ ਇਹਨਾਂ ਨੇ 2 ਵਾਰੀ ਕੀਤਾ ਹੈ ਤੇ ਉਹ ਲੋਕਾਂ ਨੂੰ ਇਹਦੇ 'ਚ ਯਾਨੀ ਕਿ ਸਪਿੰਡਲ ਵਗੈਰਾ ਉਹਦੇ ਚੇਂਜ ਨੇ ਥੜੀ ਅਗਲੀ ਚੇਂਜ ਹੈ ਕੋਈ ਦਬੰਗ ਵਾਲੇ ਵਿੱਚ ਉਹਨਾਂ ਨੇ ਹਿੱਸਾ ਅਗਲਾ ਕਰ ਦਿੱਤਾ ਹੈ ਔਰ ਕੁਝ ਚੀਜ਼ਾਂ ਜਿਹੜੀਆਂ ਉਹਦੇ 'ਚ ਇਹਦੇ ਨਾਲੋਂ ਸਪੈਸ਼ਲ ਨੇ ਉਹਨੂੰ ਸਪੈਸ਼ਲ ਐਡੀਸ਼ਨ ਜਿਹੜਾ ਉਹ ਕਿਹਾ ਉਹਨਾਂ ਨੇ। ਥੋੜ੍ਹਾ ਕੀਮਤ ਦਾ ਫਰਕ ਹੋਏਗਾ ਤੇ ਬਾਕੀ ਜਿਹੜੀਆਂ ਚੀਜ਼ਾਂ ਜੀ ਇਹ ਗਾਜ਼ੀ ਹੈ ਇਹਦੇ 'ਚ ਇਹਨਾਂ ਨੇ ਸਟicker ਚੇਂਜ ਕੀਤਾ। ਪਹਿਲੇ ਜੀ ਇਹ ਵਾਈਟ ਸਟicker 'ਚ ਆਇਆ ਇਹ ਲੋਕਾਂ ਨੇ ਇਹਦਾ ਪਸੰਦ ਨਹੀਂ ਕੀਤਾ ਤੇ ਇਹ ਕਾਫੀ ਦੇਰ ਦਾ ਟਰੈਕਟਰ ਖੜਾ ਹੈ ਤੇ ਭੱਟੀ ਸਾਹਿਬ ਵੀ ਅੱਗੇ ਆਉਣ ਵਾਲੇ ਹੀ ਆ ਉਹ ਵੀ ਦੱਸ ਰਹੇ ਸੀ ਕਿ ਇਹ ਜਿਹੜਾ ਟਰੈਕਟਰ ਹੈ ਨਾ ਕਾਫੀ ਦੇਰ ਦਾ ਖੜਾ ਲੇਕਿਨ ਕੰਪਨੀ ਨੇ ਵੀ ਕਿਹਾ ਕਿ ਇਹਦਾ ਸਟicker ਚੇਂਜ ਕਰੋ ਸਟicker ਆਇਆ ਦੇ ਦਿਓ। ਇਹ ਜਿਹੜਾ ਹੋਲੈਂਡ ਦਾ ਬਲੂ ਦੇ ਵਿੱਚ ਹੈ ਨਾ ਪੱਟੀ ਇਹ ਲੋਕਾਂ ਨੇ ਕਾਫੀ ਪਸੰਦ ਕੀਤੀ। ਉਹਦੇ ਵਾਸਤੇ ਅੱਛਾ ਟਰੈਕਟਰ ਡਿਸਕਾਂ ਦੀ ਹਾਲਾਂ ਤੇ ਪਾਓ ਤੁਸੀਂ। ਇਹ ਭਾਈ ਇਹਦਾ ਟੋਰਾ ਹੀ ਬਹੁਤ ਹੈ ਬਦਮਾਸ਼ ਟਰੈਕਟਰ ਹੈ ਡੀਜ਼ਲ ਦਾ ਖਰਚਾ ਥੋੜ੍ਹਾ ਹੈ ਸਿਰਫ ਇਹਦੇ 'ਚ ਮਸਲਾ ਆ ਜਾਂਦਾ ਉਹ ਜਿਹੜਾ ਤੁਸੀਂ ਕਹਿੰਦੇ ਹੋ ਹੈਡ ਗੈਸਕਟ ਦਾ ਤੇ ਉਹ ਵੀ ਕੰਪਨੀ ਵਾਲਿਆਂ ਨੂੰ ਪੁੱਛਿਆ ਸੀ ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਨਵਾਂ ਹੁਣ ਮਾਡਲ ਦੇ ਰਹੇ ਹਾਂ ਨਾ ਇਹਦੇ ਵਿੱਚ ਅਸੀਂ ਇਹਦੇ ਕੋਈ ਪਾਰਟਸ ਵਗੈਰਾ ਬਿਹਤਰ ਕੀਤੇ ਆ ਹੁਣ ਉਹ ਮਸਲਾ ਨਹੀਂ ਆਏਗਾ। ਟਰੈਕਟਰ ਦਾ ਹੈਡ ਗੈਸਕਟ ਜਿਹੜਾ ਨਾ ਉਹ ਇਹਦਾ ਹੁਣ ਉਸ ਤਰ੍ਹਾਂ ਨਹੀਂ ਸੜਦਾ ਨਹੀਂ ਹੈ ਜਿਸ ਤਰ੍ਹਾਂ ਪਹਿਲੇ ਹੁੰਦਾ ਸੀ ਖਰਾਬ। ਤੇ ਬਾਕੀ ਅੱਛਾ ਟਰੈਕਟਰ ਹੈ ਜੀ ਇਹਦੇ 'ਚ ਆਪਣਾ ਤੁਸੀਂ ਇਹਨੂੰ ਚਲਾਓ ਆਪਣਾ ਥ੍ਰੈਸ਼ਰ 'ਤੇ ਚਲਾਓ ਰੂਟਾਵੇਟਰ 'ਤੇ ਚਲਾਓ ਹਲਾਂ 'ਤੇ ਡਿਸਕਾਂ 'ਤੇ ਚਲਾਓ ਟੋਰਾ ਅੱਛਾ ਹੈ। ਸਿਰਫ ਆ ਜਾ ਕੇ ਟਰਾਲੀ 'ਤੇ ਮਾਰ ਖਾਂਦਾ ਜੀ ਟਰੈਕਟਰ ਉਹ ਵੀ ਇਹਨਾਂ ਨੇ ਟੂਪਾਂ ਜੀ ਇਹਨਾਂ ਨੇ ਅੱਛੀ ਸਟੀਲ ਦੀਆਂ ਕੀਤੀਆਂ ਨੇ ਪਿੱਛੇ ਤੇ ਟੂਪਾਂ ਵੀ ਇਹਨਾਂ ਨੇ ਮਜ਼ਬੂਤ ਕੀਤੀਆਂ ਨੇ ਅੱਛਾ ਯਾਨੀ ਕਿ ਟਰੈਕਟਰ ਤਿਆਰ ਕੀਤਾ। ਇਸ ਤੋਂ ਇਲਾਵਾ ਇੱਕ ਨਵਾਂ ਮਾਡਲ ਵੀ ਲਾਂਚ ਕਰਨਾ ਇਹਨਾਂ ਨੇ ਅਗਸਤ ਵਿੱਚ ਮੇਰਾ ਖਿਆਲ ਨਵਾਂ ਮਾਡਲ ਦੇਣਗੇ ਤੇ ਉਹ ਬੜਾ ਅੱਛਾ ਟਰੈਕਟਰ ਕਹਿੰਦੇ ਅਸੀਂ ਤਿਆਰ ਕਰ ਰਹੇ ਹਾਂ ਉਹਦੇ ਵਾਸਤੇ ਜ਼ਰਾ ਇੰਤਜ਼ਾਰ ਕਰਨਾ ਪਏਗਾ। ਅੱਛਾ ਉਸਤਾਦ ਜੀ ਮਾਰਕੀਟ 'ਚ ਦੇਖਿਆ ਜਾ ਰਿਹਾ ਕਿ ਤੁਸੀਂ ਦੱਸ ਰਹੇ ਹੋ ਬਾਕੀ ਜ਼ਿਮੀਂਦਾਰ ਵੀ ਜਿਹੜਾ ਨਾ ਜੀ ਮੁਤਫਿਕ ਆ ਕਿ ਜਿਹੜੇ ਨਿਊ ਹੌਲੈਂਡ ਦੇ ਜਿੰਨੇ ਵੀ ਮਾਡਲ ਆ ਨਾ ਜੀ ਜ਼ਿਮੀਂਦਾਰਾਂ ਵਾਸਤੇ ਬਹੁਤ ਅੱਛੇ ਆ ਲੇਕਿਨ ਸਰ ਇਹ 2024 ਦੇ ਵਿੱਚ ਦੇਖਿਆ ਕਿ ਇਹਨਾਂ ਦੀ ਮਾਰਕੀਟ ਬਿਲਕੁਲ ਡਾਊਨ ਹੁੰਦੀ ਜਾ ਰਹੀ ਆ
ਤੁਸੀਂ ਪੂਰੇ ਪਾਕਿਸਤਾਨ 'ਚ ਮਾਸ਼ਾਅੱਲਾ, ਪਾਕਿਸਤਾਨ ਦਾ ਸਭ ਤੋਂ ਵੱਡਾ ਚੈਨਲ ਵੀ ਹੈ ਤੁਹਾਡਾ, ਔਰ ਤੁਹਾਡਾ ਵਿਜ਼ਿਟ ਵੀ ਮਾਸ਼ਾਅੱਲਾ ਹਰ ਸ਼ਹਿਰ ਦੇ ਵਿੱਚ, ਹਰ ਗਾਉਂ ਦੇ ਵਿੱਚ ਹੁੰਦਾ। ਕੀ ਵਜ੍ਹਾ ਤੁਸੀਂ ਦੇਖ ਰਹੇ ਹੋ ਕਿਉਂ ਇਹ ਡਾਊਨ ਹੁੰਦਾ ਜਾ ਰਿਹਾ? ਸਰ ਵਜ੍ਹਾ ਸਿਰਫ ਗਾਜ਼ੀ ਤੇ ਜਾਂ ਹਾਲੈਂਡ ਦੇ ਟਰੈਕਟਰ ਦੀ ਮਾਰਕੀਟ ਨਹੀਂ ਘਟੀ, ਇੱਥੇ ਹਰ ਟਰੈਕਟਰ ਦੀ ਮਾਰਕੀਟ ਘਟੀ ਆ। ਸਹੀ। ਪਿਛਲੇ ਸਾਲ ਜਿੰਨੇ ਵੀ ਟਰੈਕਟਰ ਸੇਲ ਹੋਏ ਸਨ, ਇਸ ਸਾਲ ਆ ਹੁਣ ਆਣ ਕੇ ਕਣਕ ਦਾ ਕਰਕੇ ਨਾ ਜੰਨਮ ਤੇ ਰੇਟ ਦੀ ਵਜ੍ਹਾ ਤੋਂ ਜਿੰਨੀ ਕਿ ਜ਼ਿਮੀਂਦਾਰਾਂ ਤੇ ਬੁਰਾ ਵਕਤ ਆ ਗਿਆ, ਯਾਨੀ ਕਿ ਹਕੂਮਤ ਦੀ ਨਾਅਹਲੀ ਦੀ ਵਜ੍ਹਾ ਤੋਂ, ਹਾਂਜੀ, ਕਿ ਪਾਲਿਸੀਆਂ ਜਿਹੜੀਆਂ ਗਵਰਨਮੈਂਟ ਦੀਆਂ ਨੇ ਉਹ ਜ਼ਿਮੀਂਦਾਰਾਂ ਦੇ ਹੱਕ 'ਚ ਨਹੀਂ ਹੈ। ਉਸ ਵਜ੍ਹਾ ਤੋਂ ਜੋ ਕਣਕ ਦੀ ਸੂਰਤ ਹਾਲ ਹੋਈ ਹੈ, ਜੋ ਕਮੂੰਜੀ ਦੀ ਹੋਣੀ ਹੈ, ਜਾਂ ਦੂਸਰੀਆਂ ਫਸਲਾਂ ਜਿਹੜੀਆਂ ਨੇ ਕਪਾਹ ਤੇ ਜਿਹੜੀ ਵੀ ਫਸਲ ਜ਼ਿਮੀਂਦਾਰ ਲਗਾਉਂਦੇ ਉਹਦਾ ਰੇਟ ਨਹੀਂ ਅੱਗੋਂ ਦਿੱਤਾ ਜਾਂਦਾ। ਸਹੀ। ਸਵਾਏ ਜ਼ਿਮੀਂਦਾਰ ਦੀ ਫਸਲ ਤੋਂ ਹਰ ਚੀਜ਼ ਦਾ ਰੇਟ ਜ਼ਿਆਦਾ ਹੈ ਤੇ ਟਰੈਕਟਰਾਂ ਦੀ ਕੀਮਤਾਂ ਘੱਟ ਨਹੀਂ ਹੋਈਆਂ, ਉਹੀ ਚੱਲਦੀਆਂ ਪਈਆਂ ਨੇ ਤੇ ਬਸ ਉਹਨਾਂ ਨਾਲ ਹੀ ਗੁਜ਼ਾਰਾ ਕਰ ਰਹੇ। ਬਾਕੀ ਟਰੈਕਟਰ ਅੱਛੇ ਨੇ, ਇਹ ਛੋਟੇ ਜ਼ਿਮੀਂਦਾਰ ਵਾਸਤੇ ਟਰੈਕਟਰ ਅੱਛਾ ਹੈ। ਅਗਰ ਜਿਹਦਾ ਜ਼ਿਮੀਂਦਾਰ ਜ਼ਿਆਦਾ ਹੈ ਉਹਦੇ ਵਾਸਤੇ ਵੱਡਾ ਟਰੈਕਟਰ, ਜਿਹੜੇ ਜਿਸ ਤਰ੍ਹਾਂ 385 ਹੈ, ਡੀਲੈਕਸ ਹੈ, ਜਿਹਨੇ ਨਿਬੇੜਾ ਕਰਨਾ ਉਹ ਟਰੈਕਟਰ ਲੈ ਲੈ, ਲੇਕਿਨ ਉਹਦਾ ਖਰਚਾ ਜ਼ਿਆਦਾ ਥੋੜਾ ਜਿਹਾ। ਤੇ ਸਰ ਇਹ ਮੁਲਕੀ ਜਿਸ ਤਰ੍ਹਾਂ ਹਾਲਾਤ ਤਬਦੀਲ ਹੁੰਦੇ ਜਾ ਰਹੇ ਆ, ਹਾਂਜੀ ਕਿਸਾਨ ਦਿਨ ਬ ਦਿਨ ਜਿਹੜਾ ਡਾਊਨ ਹੁੰਦਾ ਜਾ ਰਿਹਾ, ਹਾਂਜੀ। ਲੇਕਿਨ ਜਿਹੜੀ ਮਸ਼ੀਨਰੀ ਆ, ਮਸ਼ੀਨਰੀ ਦੇ ਨਾਲ ਜਿਹੜਾ ਟਰੈਕਟਰ ਆ, ਇਹਦੀ ਕੀਮਤ ਉੱਪਰ ਜਾ ਰਹੀ ਹੈ। ਤੇ ਕਿਆ ਕੰਪਨੀ ਨੂੰ ਜਿਹੜਾ ਵਾ ਉਹਦੇ ਨਾਲ ਨਹੀਂ ਚੱਲਣਾ ਚਾਹੀਦਾ ਤਾਂ ਕਿ? ਬਿਲਕੁਲ ਜੀ ਚੱਲਣਾ ਚਾਹੀਦਾ। ਅਸਲ ਮੇਨ ਜਿਹੜਾ ਮਸਲਾ ਨਾ ਸਾਡੇ ਮੁਲਕ 'ਚ ਕੰਪੀਟੀਸ਼ਨ ਉਸ ਲੈਵਲ ਦਾ ਨਹੀਂ ਹੈ ਜਿਸ ਤਰ੍ਹਾਂ ਦੂਸਰੇ ਮੁਲਕਾਂ 'ਚ ਹੁੰਦਾ ਹੈ। ਹੁਣ ਇੰਡੀਆ ਦੀ ਗੱਲ ਕਰੀਏ, ਉੱਥੇ 35 ਕੰਪਨੀਆਂ ਨੇ ਉੱਥੇ ਤਕਰੀਬਨ ਜਿਹੜੀਆਂ ਟਰੈਕਟਰ ਬਣਾ ਰਹੀਆਂ ਨੇ, ਤੇ ਉਹਨਾਂ ਦੇ ਕੰਪੀਟੀਸ਼ਨ ਆ, ਉਹ ਰੇਟ ਵੀ ਸਭ ਤੋਂ ਘੱਟ ਦੇ ਰਹੇ ਆ। ਉੱਥੇ ਟਰੈਕਟਰ ਵੀ ਸਸਤੇ ਆ, ਉੱਥੇ ਟਰੈਕਟਰ ਵੀ ਮਿਆਰੀ ਹੈ। ਇੱਥੇ ਸਿਰਫ 2 ਕੰਪਨੀਆਂ ਨੇ ਤੇ ਦੋਵੇਂ ਰਲ ਮਿਲ ਕੇ ਰੇਟ ਵਧਾ ਦਿੰਦੀਆਂ ਨੇ, ਜਦੋਂ ਮੌਕਾ ਮਿਲਦਾ ਘਟਾਉਂਦੇ ਨਹੀਂ। ਮਿਲਦੀਆਂ ਪਈਆਂ ਨੇ, ਸਹੀ ਰੇਟ ਤੇ ਮਿਲਦੀਆਂ ਪਈਆਂ ਨੇ। ਇਹਨਾਂ ਦਾ ਮਾਰਜਨ ਦੇਖੇ, ਇਹਨਾਂ ਦਾ ਪ੍ਰੋਫਿਟ ਦੇਖੇ ਕਿ ਪ੍ਰੋਫਿਟ ਕਿੰਨੀ ਇਹਨਾਂ ਦੀ। ਸਹੀ। ਤੇ ਇਸ ਤੋਂ ਬਾਅਦ ਅਗਰ ਟਰੈਕਟਰ ਦੀ ਕੀਮਤ ਨਹੀਂ ਘਟਾ ਰਹੇ ਤੇ ਫਿਰ ਇਹੀ ਹੈ ਕਿ ਫਿਰ ਜ਼ਿਮੀਂਦਾਰਾਂ ਨੂੰ ਵੀ ਸੋਚਣਾ ਚਾਹੀਦਾ, ਲੇਕਿਨ ਜ਼ਿਮੀਂਦਾਰ ਕੋ ਅਜੇ ਫਿਲਹਾਲ ਆਪਸ਼ਨ ਕੋਈ ਨਹੀਂ। ਤੇ ਸਰ ਜੇ ਅਗਰ 82 ਦਾ ਨਸਦਾ ਤਾਂ ਫੀਟ ਲਾਣਾ ਪੈਂਦਾ। ਹਾਂਜੀ, ਜਿਸ ਤਰ੍ਹਾਂ ਹੁਣ ATS ਆਇਆ ਤੇ ATS ਥੋੜੇ ਟਰੈਕਟਰ ਬਣਾ ਰਿਹਾ, ਹਾਂਜੀ, ਲੇਕਿਨ ਉਹ ਡਿਮਾਂਡ ਨਹੀਂ ਜੇ ਪੂਰੀ ਕਰ ਸਕਦਾ। ਉਹ ਥੋੜੇ ਟਰੈਕਟਰ ਚੰਦ ਟਰੈਕਟਰ ਬਣਾ ਰਿਹਾ, ਲੇਕਿਨ ਅੱਛੇ ਟਰੈਕਟਰ ਬਣਾ ਰਿਹਾ। ਤੇ ਇਹੀ 4-5 ਕੰਪਨੀਆਂ ਨੇ ਆਪਣੇ ਮੁਲਕ 'ਚ, ਹੋਰ ਹੈ ਕੀ ਹੈ। ਤੇ ਸਰ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਆਪਣਾ ਜਿਹੜਾ ਹਮਸਾਇਆ ਮੁਲਕ ਆ ਇੰਡੀਆ, ਹਾਂਜੀ ਉੱਥੇ ਕੰਪੀਟੀਸ਼ਨ ਹੈਗਾ 16-17 ਕੰਪਨੀਆਂ ਦਾ। ਹਾਂਜੀ ਤੇ ਮੇਰੇ ਖਿਆਲ ਵਿੱਚ ਤਾਂ ਉਹਨਾਂ ਦੇ ਜਿਹੜੇ ਜ਼ਿਮੀਂਦਾਰ ਆ, ਉਹਨਾਂ ਨੇ ਉਹ ਕੰਪੀਟੀਸ਼ਨ ਨੂੰ ਯਾਨੀ ਕਿ ਅੱਗੇ ਲੈ ਹਾਂਜੀ ਕੇ ਆਂਦਾ। ਜ਼ਿਮੀਂਦਾਰ ਮੌਕਾ ਦਿੰਦੇ ਨੇ ਨਵੀਂ ਚੀਜ਼ ਨੂੰ। ਹੁਣ ਇੱਥੇ ਕਹਿੰਦੇ ਨਵੀਂ ਚੀਜ਼ ਨੂੰ ਨਹੀਂ ਲੈਣਾ ਚਾਹੀਦਾ, ਤੇ ਅਸੀਂ ਨਵੀਂ ਚੀਜ਼ ਨੂੰ ਨਹੀਂ ਲਵਾਂਗੇ ਤਾਂ ਨਵੀਂ ਚੀਜ਼ ਕਿਵੇਂ ਆਏਗੀ? ਹਾਂਜੀ, ਬਿਲਕੁਲ। ਇਹੀ ਸੂਰਤ ਹਾਲ ਹੈ। ਤੇ ਪੁਰਾਣੀਆਂ ਫਿਰ ਅਸੀਂ ਚਲਾ ਰਹੇ ਹਾਂ, ਤੇ ਪੁਰਾਣੀਆਂ ਦੇ ਵਿੱਚ ਕੋਈ ਤਬਦੀਲੀ ਤਾਂ ਕੋਈ ਨਹੀਂ, ਫਿਰ ਉਹੀ ਪੁਰਾਣੀ ਟੈਕਨੋਲੋਜੀ ਹੈ ਸਾਰੀ। ਤੁਸੀਂ ਦੇਖ ਰਹੇ ਹੋ ਜਿਸ ਤਰ੍ਹਾਂ ਜਿਹੜੇ ਟਰੈਕਟਰ ਸਾਡੇ ਵੱਡੇ ਚਲਾਉਂਦੇ ਸਨ ਉਹੀ ਅਸੀਂ ਚਲਾ ਰਹੇ ਹਾਂ, ਔਰ ਮੁਖਤਲਿਫ ਟਰੈਕਟਰ ਉੱਥੇ ਮਿਲਦੇ ਪਏ ਨੇ, ਔਰ ਇਹਨਾਂ ਦੀ ਟੈਕਨੋਲੋਜੀ ਬਹੁਤ ਅੱਛੀ ਆ ਰਹੀ ਹੈ। ਇਹ ਵੀ ਚੀਜ਼ਾਂ ਨੇ। ਅੱਛਾ ਬਲਾਲ ਭਾਈ, ਮਜ਼ੀਦ ਮੈਂ ਗੱਲ ਐਡ ਕਰਾਂਗਾ। ਸਾਡੇ ਕਾਫੀ ਜ਼ਿਮੀਂਦਾਰਾਂ ਦਾ ਇਹ ਸ਼ਿਕਵਾ ਹੈ ਕਿ ਸਾਡੇ ਪਾਕਿਸਤਾਨ ਵਿੱਚ ਸਿਰਫ ਇੱਕ ਹੀ ਸ਼ੇਪ ਦਾ ਚੱਲਣ ਦਿਆ ਟਰੈਕਟਰ। ਹਾਂਜੀ, ਉਹਦੀਆਂ 2-3 ਵਜੂਹਾਤਾਂ ਨੇ। ਜੀ ਜੀ। ਇੱਕ ਤੇ ਪਾਰਟਸ ਦਾ ਬੜਾ ਮਸਲਾ ਹੁੰਦਾ ਹੈ। ਹਾਂਜੀ, ਇੱਕ ਸ਼ੇਪ ਨਾਲ ਇਹ ਹੈ ਕਿ ਪਾਰਟਸ ਦਾ ਮਸਲਾ ਜਿਹੜਾ, ਹੁਣ ਕੋਈ ਵੀ ਛੋਟੀ ਕੰਪਨੀ ਆਉਂਦੀ, ਜਿਵੇਂ ਹੁਣ ATS ਆਈ ਹੈ, ਹਾਂਜੀ, ਉਹਨੂੰ ਏਡਾ ਮਸਲਾ ਹੁਣ ਕੋਈ ਨਹੀਂ ਪਾਰਟਸ ਦਾ, ਕਿਉਂਕਿ ਦੂਸਰੀ ਲੋਕਲ ਕੰਪਨੀ ਦਾ ਪਾਰਟਸ ਉਹਦੇ 'ਚ ਫਿੱਟ ਹੋ ਜਾਣਾ। ਹਾਂਜੀ। ਇਸੇ ਵਜ੍ਹਾ ਤੋਂ ਜਿਹੜਾ ਨਾ ਆਪਣੀ ਸ਼ੇਪ ਇੱਕ ਹੀ ਚੱਲਣ ਦੀ, ਤਕਰੀਬਨ ਬੁੱਲ ਪਾਵਰ ਵੀ ਹੈ, ATS ਮਿਲਰ ਤੇ ਤਕਰੀਬਨ ਸ਼ੇਪ ਇੱਕ ਹੀ ਚੱਲਦੀ ਹੈ। ਹਾਂਜੀ, ਉਹ ਪਾਰਟਸ ਯਾਨੀ ਮਾਰਕੀਟ ਦੇ ਵਿੱਚ ਮੌਜੂਦ ਆ ਪਹਿਲੇ ਹੀ। ਹਾਂਜੀ, ਇਸ ਕਰਕੇ ਉਹ ਚੇਂਜ ਨਹੀਂ ਕਰਦੇ। ਦੇਖੋ ਇੱਕ ਚੀਜ਼ ਵੀ ਚੇਂਜ ਕਰਨਗੇ ਨਾ ਹਾਂਜੀ, ਤੇ ਪੂਰੇ ਮੁਲਕ ਦੇ ਵਿੱਚ ਉਹਦਾ ਸਮਾਨ ਉਹਨਾਂ ਨੂੰ ਦੇਣਾ ਪੈਣਾ। ਹਾਂਜੀ, ਉਹ ਬੜਾ ਕੰਮ, ਉਹ ਬੜਾ ਮੁਸ਼ਕਲ ਹੁੰਦਾ। ਇਸ ਕਰਕੇ ਉਹ ਚੇਂਜ ਨਹੀਂ ਕਰਦੇ। ਫਿਰ ਜ਼ਿਮੀਂਦਾਰ ਜਿਹੜੀ ਚੀਜ਼ ਚੇਂਜ ਕੀਤੀ ਹੈ ਆਈਆਂ ਨੇ ਪਾਰਟਸ ਦਾ ਕਰਕੇ ਜਿਹੜਾ ਨਾ ਇੱਥੇ ਪਾਕਿਸਤਾਨ 'ਚ ਫੇਲ ਹੋ ਕੇ ਗਈਆਂ। ਇਹ ਮੇਨ ਵਜ੍ਹਾ ਕਹਿ ਸਕਦੇ ਤੁਸੀਂ। ਉਹੀ ਟਰੈਕਟਰ ਕਾਮਯਾਬ ਹੋ ਰਿਹਾ ਜਿਹਦਾ ਪਾਰਟਸ ਇੱਥੇ ਮੌਜੂਦ ਹੈ। ਤੇ ਬਾਕੀ ਅੱਜ ਕੱਲ ਟਰੈਕਟਰਾਂ ਦੇ ਰੇਟ ਦੇ ਹਵਾਲੇ ਨਾਲ ਵੀ ਕੁਝ ਫਾਰਮ ਵੀ ਚੱਲਦੀਆਂ ਨੇ ਕਿ ਟਰੈਕਟਰ ਸਸਤੇ ਹੋਣੇ ਨੇ, ਹਾਂਜੀ, ਹਾਂਜੀ, ਕੋਈ ਕਹਿੰਦਾ ਇਹ ਟਰੈਕਟਰ ਮਹਿੰਗੇ ਹੋਣੇ ਨੇ। ਉਹੀ ਗੱਲ ਹੈ ਕਿ ਟਰੈਕਟਰ ਤੇ ਅਗਰ ਬਜਟ ਦੇ ਵਿੱਚ ਟੈਕਸ ਲੱਗਾ, ਘੱਟ ਹੋਣ ਦਾ ਤੇ ਚਾਂਸ ਕੋਈ ਨਹੀਂ ਹੈ ਇੱਥੇ। ਹਾਂਜੀ, ਅਗਰ ਟੈਕਸ ਲੱਗਾ ਤੇ ਫਿਰ ਟਰੈਕਟਰ ਮਹਿੰਗੇ ਹੋ ਜਾਣੇ ਨੇ, ਤੇ ਸਸਤੇ ਹੋਣ ਦਾ ਤੇ ਫਿਲਹਾਲ ਕੋਈ ਨਹੀਂ ਨਜ਼ਰ ਆ ਰਿਹਾ। ਬਾਕੀ ਬਲਾਲ ਭਾਈ, ਮਜ਼ੀਦ ਕੰਪਨੀ ਸਪੈਸ਼ਲ ਐਡੀਸ਼ਨ ਕੱਢਣ ਲੱਗੀ, ਤੁਹਾਡੇ ਖਿਆਲ ਦੇ ਵਿੱਚ ਗਾਜ਼ੀ ਬੈਸਟ ਹੈ ਜਾਂ ਸਪੈਸ਼ਲ ਐਡੀਸ਼ਨ ਤੁਹਾਡੀ? ਇਸ ਬਾਰੇ ਸਪੈਸ਼ਲ ਐਡੀਸ਼ਨ ਅੱਛਾ, ਇੰਜਨ ਉਹੀ ਹੈ, ਹਾਂਜੀ, ਕੁਝ ਮਜ਼ਬੂਤੀ ਉਹਨਾਂ ਨੇ ਅਗਲੇ ਹਿੱਸੇ 'ਚ ਕੀਤੀ ਹੈ, ਕੋਈ ਥੜੀ ਮਜ਼ਬੂਤ ਕੀਤਾ ਉਹਨਾਂ ਨੇ। ਨਹੀਂ, ਉਹਦੀ ਖੜੀ ਵੀ ਚੇਂਜ ਹੈ ਤਕਰੀਬਨ। ਇੱਕ ਹੋਰ ਇਧਰ ਨੂੰ ਲਾਇਆ ਜ਼ਾਫੀ, ਇਧਰ ਲਾਇਆ ਇਧਰ ਹਾਂਜੀ, ਉਹਨਾਂ ਨੇ ਜੈਕ ਵੀ ਜ਼ਾਫੀ ਲੱਗਾ ਉਹ ਵੀ ਚੇਂਜ ਕੀਤਾ ਹੈ। ਹਾਂਜੀ, ਔਰ ਇਸ ਤੋਂ ਇਲਾਵਾ ਯਾਨੀ ਕਿ ਟਰੈਕਟਰ ਦੇ ਵਿੱਚ ਥੋੜੀ ਤਬਦੀਲੀ ਉਹਨਾਂ ਨੇ ਕੀਤੀ, ਅੱਛਾ ਕੀਤਾ ਹੈ। ਹਾਂ, ਉਹਦੇ ਟਾਇਰ ਵੀ ਅੱਗੇ ਗੁੱਡੀ ਵਾਲੇ ਲਾਤੇ। ਹਾਂਜੀ, ਟਾਇਰ ਲਗਾ ਦਿੱਤੇ ਨੇ। ਬਾਕੀ ਗੱਲ ਇਹ ਕਿ ਜਿਹੜਾ ਹੁਣ 85 ਹਾਰਸ ਪਾਵਰ ਦਬੰਗ ਦੀ ਜਗ੍ਹਾ ਤੇ ਜਿਹੜਾ ਮਾਡਲ ਲਾਣਾ ਹੈ, ਹਾਂਜੀ, ਉਹ ਵੀ ਬਹੁਤ ਅੱਛਾ ਟਰੈਕਟਰ ਤਿਆਰ ਕਰਦੇ ਪਏ ਆ। ਉਹ ਕਹਿੰਦੇ ਕਿ ਅਸੀਂ ਅਗਸਤ ਵਿੱਚ ਲਾਂਚ ਕਰ ਦੇਣਾ ਵੀ। ਇਹ ਬਲਾਲ ਭਾਈ ਹਰ ਮਹੀਨੇ ਬਾਅਦ ਅਗਲਾ ਮਹੀਨਾ ਦੱਸੀਦਾ ਵਾ, ਆ ਨਹੀਂ ਰਿਹਾ ਅਗਲਾ ਮਹੀਨਾ। ਬਸ ਉਹ ਪਤਾ ਨਹੀਂ ਉਹਨਾਂ ਦੀ ਕੋਈ ਮਜਬੂਰੀ ਹੈ ਜਾਂ ਉਹਨਾਂ ਕੋਲ ਕਾਮਯਾਬ ਨਹੀਂ ਹੋ ਰਿਹਾ। ਇਹ ਚੀਜ਼ਾਂ ਨੇ ਨਾਲ ਨਾਲ। ਅੱਗੋਂ ਤੁਹਾਨੂੰ ਪਤਾ ਸੀਜ਼ਨ ਫਿਰ ਖਤਮ ਹੋ ਹੀ ਗਿਆ ਇੱਕ ਹਿਸਾਬ ਦਾ। ਸੀਜ਼ਨ ਖਤਮ ਹੋ ਗਿਆ, ਸੀਜ਼ਨ ਕੋ ਫੇਰ ਆ ਜਾਣਾ ਜੀ। ਇਹ ਸੀਜ਼ਨ ਤੇ ਆਉਂਦੇ ਜਾਂਦੇ ਰਹਿੰਦੇ ਨੇ। ਦੇਖਣਾ ਚਾਹੀਦਾ, ਅਗਰ ਕੰਪਨੀ ਰੇਟ ਤੋਂ ਸਸਤਾ ਮਿਲਦਾ ਨਾ ਹਾਂਜੀ, ਤੇ ਮਾਰਕੀਟ 'ਚ ਲੈਣਾ ਚਾਹੀਦਾ। ਉਹਦੇ 'ਚ ਇਹ ਫਾਇਦਾ ਹੈ
ਕਿ ਤੁਸੀਂ ਆਪਣੀ ਮਰਜ਼ੀ ਦਾ ਟਰੈਕਟਰ ਚੈੱਕ ਕਰਕੇ ਲੈ ਸਕਦੇ ਹੋ। ਉਹਦੀ ਆਵਾਜ਼ ਚੈੱਕ ਕਰੋ ਟਰੈਕਟਰ ਦੀ, ਸਾਰਿਆ ਕੁਝ ਉਹਦਾ ਚੈੱਕ ਹੋ ਸਕਦਾ। ਜਿਹੜਾ ਕੰਪਨੀ 'ਚ ਆਉਣਾ ਜੀ ਉਹਦੇ 'ਚ ਹੋ ਸਕਦਾ ਝਰੀਟਾਂ ਪਈਆਂ ਹੋਣ, ਹੋ ਸਕਦਾ ਕੋਈ ਚੀਜ਼ ਇੱਥੇ ਕੋਈ ਕੱਟ-ਕੁੱਟ ਲੱਗਾ ਹੋਵੇ, ਉਹ ਫਿਰ ਉਸ ਤਰ੍ਹਾਂ ਹੀ ਆ ਜਾਣਾ ਤੇ ਉਹਦੇ 'ਚ ਤੁਸੀਂ ਚੈੱਕ ਨਹੀਂ ਕਰ ਸਕਦੇ। ਜਿਹੜਾ ਆਇਆ ਤੁਹਾਨੂੰ ਉਹ ਹੀ ਮਿਲ ਜਾਣਾ ਹੈ। ਅਗਰ ਮਾਰਕੀਟ 'ਚ ਮਿਲਦਾ ਤੇ ਉਹ ਪੈਸੇ ਆਉਂਦੇ ਨੇ ਉਹਨੇ ਉਦੋਂ ਹੀ ਆਣਾ ਹੈ। ਤੇ ਜਦੋਂ ਪੈਸੇ ਆ ਜਾਂਦੇ ਆ ਨਾ ਫਿਰ 1 ਮਿੰਟ ਵੀ ਸਬਰ ਨਹੀਂ ਕਰਦਾ। ਹਾਂਜੀ ਫਿਰ ਆਉਣ ਲੱਗ ਜਾਂਦਾ, ਫਿਰ ਲੱਖ ਰੁਪਇਆ ਦੇਣਾ ਪਵੇ, 2 ਲੱਖ ਦੇਣਾ ਪਵੇ, ਉਹ ਦੇ ਕੇ ਹਾਂਜੀ ਵੇਂਦੇ ਜਵਾਨ ਫਿਰ ਨਹੀਂ, ਫਿਰ ਕਹਿੰਦੇ ਅੱਜ ਟਰੈਕਟਰ ਤੇ ਚੜ੍ਹ ਕੇ ਜਾਣਾ ਹੈ। ਹਾਂਜੀ ਇਸ ਤਰ੍ਹਾਂ ਹੀ ਹੈ। ਉਹ ਫਿਰ ਗੱਲ ਪਤਾ ਕੀ ਹੁੰਦੀ ਹੈ, ਹੁਣ ਜਦੋਂ ਅਸੀਂ ਪਿੰਡਾਂ 'ਚੋਂ ਟਰੈਕਟਰ ਲੈਣ ਆਉਂਦੇ ਆ ਨਾ ਤੇ ਫਿਰ ਸਾਰੇ ਪਿੰਡ ਨੂੰ ਪਤਾ ਹੁੰਦਾ ਬੰਦੇ ਟਰੈਕਟਰ ਲੈਣ ਗਏ ਨੇ, ਗੱਡੀ ਤੇ ਚੜ੍ਹ ਕੇ ਗਏ ਨੇ। ਤੇ ਜਦੋਂ ਖਾਲੀ ਜਾਣਾ ਹੈ ਨਾ ਫਿਰ ਬੇਇੱਜ਼ਤੀ ਹੁੰਦੀ ਹੈ ਵੀ ਯਾਰ ਟਰੈਕਟਰ ਨਹੀਂ ਲੈ ਕੇ ਆਏ। ਹਾਂਜੀ ਹਾਂਜੀ ਉਹ ਇਸੇ ਗੱਲ ਪਿੱਛੇ ਹੀ ਲੱਖ 2 ਲੱਖ ਰੁਪਇਆ ਵੱਧ ਲਾ ਦਿੰਦੇ ਵੀ ਅੱਜ ਅਸੀਂ ਆਏ ਆ ਟਰੈਕਟਰ ਅਸੀਂ ਲੈ ਕੇ ਜਾਣਾ। ਇਹੀ ਗੱਲ ਹੈ, ਇਹ ਵੀ ਗੱਲਾਂ ਹੁੰਦੀਆਂ ਨੇ ਪਿੰਡਾਂ। ਬਾਕੀ ਹੁਣ ਵੀ ਅੱਜ ਕੱਲ੍ਹ ਤੇ ਜ਼ਮੀਨਦਾਰ ਵੀ ਅਪਡੇਟਡ ਘਰ ਬੈਠਿਆਂ ਨੂੰ ਪਤਾ ਲੱਗ ਰਿਹਾ ਜੋ ਵੀ ਸੂਰਤ ਹਾਲ। ਜ਼ਿਮੀਂਦਾਰਾਂ ਨੂੰ ਬਸ ਬਹੁਤ ਸਮਝਦਾਰ ਨੇ, ਲੇਕਿਨ ਅਸਲ ਮਹਿੰਗਾਈ ਨੇ ਲੋਕਾਂ ਦੀ ਨਾ ਬਸ ਮੱਤ ਮਾਰੀ ਹੈ। ਮੱਤ ਤੇ ਮਾਰੀ ਚੀਜ਼ਾਂ ਜਿਹੜੀਆਂ ਨੇ ਫਿਰ ਉਹ ਪੈਸੇ ਨਾਲ ਹੀ ਲਈਆਂ ਜਾਂਦੀਆਂ ਨੇ। ਪੈਸੇ ਕੋਲ ਹੋਣ ਤੇ ਚੀਜ਼ ਮਹਿੰਗੀ ਨਹੀਂ ਹੁੰਦੀ, ਬਿਲਕੁਲ। ਜਦੋਂ ਪੈਸੇ ਕੋਲ ਹੀ ਨਹੀਂ ਫਿਰ ਹਰ ਚੀਜ਼ ਮਹਿੰਗੀ ਹੈ। ਹਾਂਜੀ ਇਹ ਜਾਣੇ ਪਏ ਇਹਨਾਂ ਨੂੰ ਤਾਂ ਕਿਰਾਏ ਪੈ ਰਹੇ ਨੇ ਕਿ ਭੱਟੀ ਸਾਹਿਬ ਵੀ ਦੱਸ ਰਹੇ ਸਨ, ਮਜ਼ੀਦ ਵੀ ਆ ਕੇ ਗੱਲਬਾਤ ਦੱਸਣਗੇ। ਉਹਨਾਂ ਨੂੰ ਕਿਰਾਏ ਪੈ ਰਹੇ ਨੇ, ਤਨਖਾਹਾਂ ਪੈ ਰਹੀਆਂ ਨੇ, ਟਰੈਕਟਰ ਵਿਕਣਗੇ ਤੇ ਉਹਨਾਂ ਨੂੰ ਕੁਛ ਆਣਾ ਹੈ। ਕੰਪਨੀ ਤੇ ਇਹਨਾਂ ਨੂੰ ਦੇ ਰਹੀ ਹੈ, ਸਿਰਫ ਕਮਿਸ਼ਨ ਹੀ ਦੇ ਰਹੀ ਹੈ। ਤੇ ਜੇ ਮਸਲਾ ਟਰੈਕਟਰ ਸੇਲ ਨਾ ਹੋਣਗੇ, ਖੜੇ ਰਹਿਣਗੇ, ਜਿਵੇਂ ਆ ਭੱਟੀ ਸਾਹਿਬ ਕਹਿੰਦੇ ਸੀ ਆ 4 ਮਹੀਨੇ ਹੋ ਗਿਆ, ਇਹ ਹੁਣ ਕੰਪਨੀ ਦੀ ਵਜ੍ਹਾ ਤੋਂ ਸੇਲ ਨਹੀਂ ਹੋਇਆ ਕਿ ਸਟicker ਨਹੀਂ ਪਸੰਦ ਕਰ ਰਹੇ ਲੋਕੀ। ਕਹਿੰਦੇ ਹੋਲੈਂਡ ਵਾਲਾ ਸਟicker ਚਾਹੀਦਾ, ਇਹ ਸਟicker ਲੋਕਾਂ ਨੇ ਪਸੰਦ ਕੀਤਾ। ਤੇ ਬਾਕੀ ਇਹ ਕਿ ਹੁਣ ਉਹ ਟਰੈਕਟਰ ਸੇਲ ਨਹੀਂ ਹੋ ਰਹੇ ਤੇ ਉਹ ਸ਼ੋਰੂਮ ਵਾਲਿਆਂ ਤੇ ਪੈਣਾ ਸਾਰਾ। ਚਲੋ ਠੀਕ ਹੋ ਗਿਆ ਬਲਾਲ ਭਾਈ, ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਹਾਂਜੀ ਓਕੇ ਜੀ, ਅੱਲਾ ਹਾਫਿਜ਼। ਚਲੋ।